मेरा नाम ਪ੍ਰਿਤਪਾਲ ਸਿੰਘ ਮਾਨ ਸਨ ਆਫ ਲੇਟ ਸਰਦਾਰ ਹਰਦਿਆਲ ਸਿੰਘ ਮਾਨ ਜੋ ਇਸ ਕੰਪਨੀ ਦੇ ਡਾਇਰੈਕਟਰ ਸੀਗੇ। ਇਹਨਾਂ ਦੇ ਨਾਲ ਮੇਰੇ ਫਾਦਰ ਦੇ ਨਾਲ ਦੋ ਡਾਇਰੈਕਟਰ ਸੀਗੇ, ਗੁਰਸ਼ਰਨ ਬੱਤਰਾ ਤੇ ਸੁਮੇਸ਼ ਚਾਵਲਾ। ਇਹ ਸਾਰਿਆਂ ਨੇ 2014 ਦੇ ਵਿੱਚ ਤਿੰਨਾਂ ਜਣਿਆਂ ਨੇ 2014 ਚ ਆਪਣੀ ਕੰਪਨੀ ਸੇਲ ਕੀਤੀ ਸੀਗੀ। ਕੰਪਨੀ ਦੇ ਐਕਚੁਅਲ ਸ਼ੇਅਰ ਸੇਲ ਕੀਤੇ ਸੀ, ਇਕੱਲੇ ਜਾਣੇ ਨੇ ਇੰਡੀਵਿਜੂਅਲ ਸ਼ੇਅਰ ਸੀਗੇ। ਉਹ 33% ਸ਼ੇਅਰ ਜਿਹੜੇ ਸੀ ਉਹਨਾਂ ਦੀ ਵੈਲਿਊ ਇਹਨਾਂ ਦੀ ਸੀਗੀ ਜੀ 6 ਕਰੋੜ 63 ਲੱਖ ਈਚ ਜਿਹੜਾ ਸੀਗਾ ਵੈਲਿਊ, ਸ਼ੇਅਰ ਵੈਲਿਊ। ਤਾਂ ਉਹਦੇ ਬਦਲੇ 'ਚ ਤਜਿੰਦਰਪਾਲ ਸੇਤੀਆ ਜਿਨ੍ਹਾਂ ਨੇ ਪ੍ਰੋਜੈਕਟ ਖਰੀਦਿਆ ਮੋਨਾ ਟਾਊਨਸ਼ਿਪ ਵਾਲੇ ਜਿਹੜੇ ਸੀਗੇ, ਉਹਨਾਂ ਨੇ ਜਦੋਂ ਪ੍ਰੋਜੈਕਟ ਖਰੀਦਿਆ ਤੇ ਮੇਰੇ ਫਾਦਰ ਦੇ ਨਾਮ ਤੇ ਬਾਈ ਨੇਮ ਹਰਦਿਆਲ ਸਿੰਘ ਮਾਨ ਅਕਾਊਂਟ ਪੇਜ ਦੇ ਚੈੱਕ ਦਿੱਤੇ ਸੀਗੇ 6 ਕਰੋੜ 63 ਦੇ ਜੀ HDFC ਬੈਂਕ ਦਿੱਲੀ ਦੀ ਬ੍ਰਾਂਚ ਦੇ। ਤੇ ਜਿਹੜਾ ਇੱਥੇ ਅਕਾਊਂਟ ਖੁੱਲ੍ਹਿਆ 2014 ਦੇ ਵਿੱਚ ਸੈਕਟਰ 9 ਚੰਡੀਗੜ੍ਹ ਦੇ ਵਿੱਚ ਅਕਾਊਂਟ ਖੁੱਲ੍ਹਿਆ ਉਹਨਾਂ ਦਾ, ਇੱਕ ਜੁਆਇੰਟ ਅਕਾਊਂਟ ਖੁੱਲ੍ਹਿਆ। ਜੁਆਇੰਟ ਅਕਾਊਂਟ ਦੇ ਵਿੱਚ ਜਿਹੜੇ ਹੈ ਚੈੱਕ ਉਹ ਕੈਸ਼ ਹੋਏ, ਤਿੰਨੇ ਜਣਿਆਂ ਦੇ ਚੈੱਕ ਕੈਸ਼ ਹੋਣੇ ਸੀਗੇ। ਲੇਕਿਨ ਉੱਥੇ ਚੈੱਕ ਜ਼ਰੂਰ ਕੈਸ਼ ਹੋਏ ਨੇ, ਲੇਕਿਨ ਉਸ ਅਕਾਊਂਟ ਦੇ ਵਿੱਚ ਜਿਸ 'ਚ ਕੈਸ਼ ਹੋਏ ਆ ਉਸ ਅਕਾਊਂਟ ਦੇ ਵਿੱਚ ਮੇਰੇ ਫਾਦਰ ਦਾ ਨਾਮ ਨਹੀਂ ਸੀ, ਹਰਦਿਆਲ ਸਿੰਘ ਮਾਨ ਦਾ ਨਾਮ ਉਹਦੇ ਵਿੱਚ ਨਹੀਂ ਸੀਗਾ। ਜੁਆਇੰਟ ਅਕਾਊਂਟ ਖੁੱਲ੍ਹਣਾ ਸੀ 3 ਜਣਿਆਂ ਦਾ, ਉੱਥੇ ਜੁਆਇੰਟ ਅਕਾਊਂਟ ਖੁੱਲ੍ਹਿਆ 2 ਜਣਿਆਂ ਦਾ, ਗੁਰਸ਼ਰਨ ਬੱਤਰਾ ਤੇ ਸੁਮੇਸ਼ ਚਾਵਲਾ। ਲੇਕਿਨ ਮੇਰੇ ਫਾਦਰ ਦੇ ਨਾਮ ਦੇ ਜਿਹੜੇ ਚੈੱਕ ਸੀਗੇ ਉਸ ਅਕਾਊਂਟ ਦੇ ਵਿੱਚ ਕੈਸ਼ ਹੋਏ। ਪਹਿਲਾਂ ਤਾਂ ਇਹ ਕੁਐਸਚਨ ਹੈ ਕਿ ਇਹ ਕੈਸ਼ ਹੋ ਹੀ ਨਹੀਂ ਸਕਦੇ, ਇਹ ਕੈਸ਼ ਕੀਤੇ ਕਿੱਦਾਂ ਗਏ ਜਦ ਅਕਾਊਂਟ ਹੀ ਨਹੀਂ ਖੁੱਲ੍ਹਿਆ। ਉਸ ਤੋਂ ਬਾਅਦ ਅਸੀਂ ਜਦੋਂ ਜਾ ਕੇ ਆਪਣੀ ਸਟੇਟਮੈਂਟ ਮੰਗੀ ਬੈਂਕ ਕੋਲੋਂ ਤੇ ਬੈਂਕ ਨੇ ਸਾਨੂੰ ਰਿਫਿਊਜ਼ ਕਰਤਾ ਕਿ ਤੁਹਾਨੂੰ ਅਸੀਂ ਸਟੇਟਮੈਂਟ ਨਹੀਂ ਦੇ ਸਕਦੇ ਕਿਉਂਕਿ ਤੁਹਾਡਾ ਇਸ ਅਕਾਊਂਟ ਦੇ ਵਿੱਚ ਨਾਮ ਨਹੀਂ ਹੈ। ਮੇਰੇ ਫਾਦਰ ਨੇ ਸਾਰਾ ਮੈਟਰ ਦੱਸਿਆ ਕਿ ਮੇਰੇ ਸ਼ੇਅਰ ਵੈਲਿਊ ਸੀਗੀ 663 ਜਿਹੜੀ ਹੈ ਉਹ ਇਸ ਅਕਾਊਂਟ ਦੇ ਵਿੱਚ ਆਉਣੀ ਸੀ, ਮੇਰੇ ਨਾਮ ਦੇ ਚੈੱਕ ਸੀਗੇ, ਉਹ ਕੈਸ਼ ਕਿਵੇਂ ਕਰਤੇ ਤੁਸੀਂ ਜਦ ਜੇ ਮੇਰੇ ਅਕਾਊਂਟ 'ਚ ਨਾਮ ਹੈ ਨਹੀਂਗਾ। ਤਾਂ ਉਹ ਮਿਸਗਾਈਡ ਕਰਦੇ ਰਹੇ ਸਾਨੂੰ, ਕੋਈ ਸੈਟਿਸਫੈਕਟਰੀ ਉਹਨਾਂ ਨੇ ਆਨਸਰ ਨਹੀਂ ਕੀਤਾ। ਫਿਰ ਜਿਹੜੇ ਮੇਰੇ ਫਾਦਰ ਨੇ ਇੱਕ ਜਿਹੜਾ ਨਾਲ ਉਹਨਾਂ ਦਾ ਪੁਰਾਣਾ ਪਾਰਟਨਰ ਸੀਗਾ ਤੇ ਆਪਣਾ ਸੁਮੇਸ਼ ਚਾਵਲਾ, ਉਹਦੇ ਕੋਲੇ ਜਾ ਕੇ ਆਪਣੇ ਸਾਰੇ ਮੈਟਰ ਦੱਸਿਆ ਤਾਂ ਉਹ ਤੋਂ ਜਿਹੜਾ ਹੈ ਸਟੇਟਮੈਂਟ ਜਿਹੜੀ ਹੈ ਉਹ ਲਈ ਗਈ। ਸਟੇਟਮੈਂਟ ਜਦੋਂ ਲਈ ਸੋ ਸਟੇਟਮੈਂਟ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ ਕਿ ਵੀ ਜਿਹੜੇ ਚੈੱਕ ਨੇ ਉਹ ਮੇਰੇ ਫਾਦਰ ਦੇ ਨਾਮ ਦੇ ਚੈੱਕ ਇਹਨਾਂ 2 ਜਣਿਆਂ ਦੇ ਅਕਾਊਂਟ ਦੇ ਵਿੱਚ ਕੈਸ਼ ਹੋਏ ਆ। ਅਕਾਊਂਟ ਨੰਬਰ ਜੇ ਕਹਿੰਦੇ ਹੋ ਮੈਂ ਮੈਂਸ਼ਨ ਕਰ ਦਿੰਦਾ, ਅਦਰਵਾਈਜ਼ ਤੁਹਾਨੂੰ ਮੈਂ ਦੇ ਦਾਂਗਾ ਸਾਰਾ ਇਹ। ਤੇ ਉਸ ਤੋਂ ਬਾਅਦ ਮੇਰੇ ਫਾਦਰ ਨੇ ਕੋਰਟ ਦੇ ਵਿੱਚ ਇੱਕ ਕੰਪਲੇਂਟ ਦਿੱਤੀ, ਪ੍ਰਾਈਵੇਟ ਕੰਪਲੇਂਟ ਦਿੱਤੀ। ਉਹ ਕੰਪਲੇਂਟ ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਐਵੀਡੈਂਸ ਹੋ ਗਈ। ਬੈਂਕ ਵਾਲਿਆਂ ਨੂੰ ਨੋਟਿਸ ਗਿਆ ਕਿ ਤੁਸੀਂ ਸਾਰਾ ਰਿਕਾਰਡ ਲੈ ਕੇ ਪੇਸ਼ ਹੋਵੋ। ਬੈਂਕ ਨੇ ਆਪਣਾ ਰਿਕਾਰਡ ਲਿਆ ਕੇ ਦਿੱਤਾ। ਉਹਨਾਂ ਦਾ ਸੇਲਸ ਦਾ ਇੱਕ ਬੰਦਾ ਸੀਗਾ ਸੰਚਿਤ ਕੁਮਾਰ, ਉਹਨੇ ਸਟੇਟਮੈਂਟ ਲਿਆ ਕੇ ਦਿੱਤੀ ਹੈ। ਸਟੇਟਮੈਂਟ ਦੇ ਵਿੱਚ ਇਹੀ ਮੈਂਸ਼ਨ ਹੋਇਆ ਕਿ 84 ਨੰਬਰ ਚੈੱਕ 26,60,000 ਦੀ ਅਮਾਊਂਟ ਦਾ ਤੇ 569 ਨੰਬਰ ਚੈੱਕ 2 ਕਰੋੜ 76 ਲੱਖ 69,000 ਅਮਾਊਂਟ ਅਤੇ ਤੀਸਰਾ ਚੈੱਕ ਜਿਹੜਾ ਸੀਗਾ 242 ਨੰਬਰ ਚੈੱਕ 3 ਕਰੋੜ 59 ਲੱਖ 99,000 ਅਮਾਊਂਟ ਦਾ। ਇਹ ਤਿੰਨੇ ਚੈੱਕ ਇਸ ਅਕਾਊਂਟ ਦੇ ਵਿੱਚ ਕੈਸ਼ ਹੋਏ ਨੇ, ਅਕਾਊਂਟ ਨੰਬਰ ਦੇ ਵਿੱਚ ਜਿਨ੍ਹਾਂ ਦਾ ਜਿਹੜੇ ਆਪਣੇ ਹੈਗੇ ਨੇ ਉਹ ਗੁਰਸ਼ਰਨ ਬੱਤਰਾ ਤੇ ਸੁਮੇਸ਼ ਚਾਵਲਾ ਹੀ ਅਕਾਊਂਟ ਹੋਲਡਰ ਨੇ। ਲੇਕਿਨ ਹਰਦਿਆਲ ਸਿੰਘ ਮਾਨ ਦਾ ਇਸ ਅਕਾਊਂਟ ਦੇ ਵਿੱਚ ਕੋਈ ਨਾਮ ਨਹੀਂ ਹੈ, ਲੇਕਿਨ ਚੈੱਕ ਜ਼ਰੂਰ ਕੈਸ਼ ਹੋਏ ਨੇ ਇਸ ਅਕਾਊਂਟ ਦੇ ਵਿੱਚ। ਔਰ ਚੈੱਕ ਕੈਸ਼ ਹੋਣ ਤੋਂ ਬਾਅਦ ਜਿੰਨੀ ਅਮਾਊਂਟ ਹੈ ਉਹ ਸਾਰੀ ਵਾਪਸ ਤਜਿੰਦਰਪਾਲ ਸੇਤੀਆ ਜਿਹੜੇ ਹੈਗੇ ਆ ਉਹਨਾਂ ਕੋਲੇ ਵਾਪਸ ਚਲੀ ਗਈ ਸਾਰੀ ਦੀ ਸਾਰੀ ਅਮਾਊਂਟ। ਉਹ ਸਾਰੀ ਸਟੇਟਮੈਂਟ ਦੇ ਗਿਆ। ਇਹ ਸੁਸਾਇਟੀ ਕਿਹੜੀ ਹੈ ਜਿਹਦਾ ਤੁਸੀਂ ਨਾਂ ਲੈ ਰਹੇ ਹੋ? ਤਜਿੰਦਰਪਾਲ ਸੇਤੀਆ ਕਿਹੜੀ ਸੁਸਾਇਟੀ? ਤਜਿੰਦਰਪਾਲ ਸੇਤੀਆ ਦੀ ਕੰਪਨੀ ਹੈ ਜੀ ਮੋਨਾ ਗ੍ਰੀਨਸ ਕਰਕੇ ਹੈ, ਮੋਨਾ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ, ਜ਼ੀਰਕਪੁਰ ਦੇ ਵਿੱਚ ਹੈ ਜੀ ਇਹ। ਤੇ ਅੱਜ ਕੱਲ੍ਹ ਇਹ ਖਰੜ ਲਾਂਡਰਾ ਖਰੜ ਰੋਡ ਤੇ ਪ੍ਰੋਜੈਕਟ ਕਰ ਰਹੇ ਨੇ ਸ਼ਿਵਾਲਿਕ ਸਿਟੀ ਦੇ ਵਿੱਚ। ਤੇ ਆਪਣਾ ਤੇ ਹੁਣ ਮੇਨ ਆਪਾਂ ਗੱਲ ਕਰੀਏ ਤਾਂ ਤੁਸੀਂ ਆਪਣੇ ਫਾਦਰ ਸਾਹਿਬ ਦੀ ਲੜਾਈ ਲੜ ਰਹੇ ਹੋ। ਹਾਂਜੀ, मैं अपने फादर स्टेटमेंट में भी आया है कि वो ट्रांसफर हुए कैसे, जब आपको फादर साहब का अकाउंट ही नहीं मेंशन था, फादर साहब के नाम पे चेक थे, तो क्लियर कैसे हुए? क्लियर स्टेटमेंट में बैंक ने बताया? वो बताया नहीं है सर, वो कुछ नहीं सानू दसिया, सानू मिसगाइड ही कर रहे हैं, कोई सैटिस्फाइड जवाब नहीं सानू मतलब वो समझते हो मिसगाइड कौन कर रहा है, बैंक कर रहा है या मोना सिटी ਦੀ ਜਿਹੜੀ ਸਰ ਮੋਨਾ ਸਿਟੀ ਵਾਲਿਆਂ ਕੋਲ ਵੀ ਅਸੀਂ ਜਾ ਕੇ ਰਿਕੁਐਸਟਾਂ ਕੀਤੀਆਂ ਕਿ ਸਾਨੂੰ ਸਾਡਾ ਜਿਹੜਾ ਹੈ ਜੋ ਵੀ ਸਾਡਾ ਹੱਲ ਨਿਕਲਦਾ ਉਹ ਕੱਢਿਆ ਜਾਵੇ। ਲੇਕਿਨ ਸਾਨੂੰ ਉਹਨਾਂ ਨੇ ਵੀ ਇਹੀ ਕਹਿ ਕੇ ਜਵਾਬ ਦਿੱਤਾ ਕਿ ਤੁਸੀਂ ਜੋ ਕਰਨਾ ਕਰ ਲਓ, ਅਸੀਂ ਤੁਹਾਡੇ ਕੋਈ ਪੈਸਾ ਨਹੀਂ ਦੇਣਾ, ਅਸੀਂ ਤੁਹਾਨੂੰ ਪੈਸੇ ਦੇ ਚੁੱਕੇ ਹਾਂ। ਲੇਕਿਨ ਉਹ ਕਿਹਨੂੰ ਦਿੱਤੇ ਆ? ਸਾਡੇ ਕੋਲ ਕੋਈ ਪੈਸਾ ਆਇਆ ਨਹੀਂ ਹੈ, ਸਾਰਾ ਰਿਕਾਰਡ ਸਾਡੇ ਕੋਲ ਇਹ ਹੈਗਾ।
ਤੇ ਨਾ ਸਾਡਾ ਉਸ ਅਕਾਊਂਟ ਦੇ ਵਿੱਚ ਨਾਮ ਹੈ। ਕੋਈ ਰਿਟਰਨ ਐਗਰੀਮੈਂਟ ਸੀਗਾ? ਹਾਂਜੀ ਹਾਂਜੀ ਸ਼ੇਅਰ ਸੇਲ ਐਗਰੀਮੈਂਟ ਕੀਤਾ ਸਰ ਆਪਣਾ ਕੰਪਨੀ ਦਾ, ਕੰਪਨੀ ਦੇ ਨਾਲ ਕੀਤਾ ਹੋਇਆ ਰਿਟਰਨ ਐਗਰੀਮੈਂਟ। ਇਹਦੇ ਵਿੱਚ शेयर लिखे हुए हैं। ਸ਼ੇਅਰ ਲਿਖੇ ਹੋਏ ਕੱਲੇ ਜਾਣੇ ਦੇ, ਕੱਲੇ ਜਾਣੇ ਦੇ ਸ਼ੇਅਰ ਹੈ, ਕੱਲੇ ਦੀ ਅਮਾਉਂਟ ਹੈ, ਟੋਟਲ ਅਮਾਉਂਟ ਬਣਦੀ ਫਾਦਰ ਹੈ। ਸਾਹਿਬ ਵੀ ਐਜ਼ ਅ ਡਾਇਰੈਕਟਰ ਮਤਲਬ ਹਾਂਜੀ ਉਹਦੇ ਵਿੱਚ ਡਾਇਰੈਕਟਰ ਸੀਗੇ ਜੀ। ਤੇ ਇਹ ਸਾਰਾ ਸ਼ੇਅਰ ਸੇਲ ਐਗਰੀਮੈਂਟ ਹੋਇਆ, ਕੱਲੀ ਗੱਲ ਸਾਰੀ ਕਲੀਅਰ ਹੈ, A to Z ਕਲੀਅਰ ਹੈ। ਲੇਕਿਨ ਜਿਹੜਾ ਬੈਂਕ ਹੈ ਉਹ ਜਿਹੜੇ ਇਹ ਬੰਦੇ ਨੇ ਤੇਜਿੰਦਰਪਾਲ ਸੇਤੀਆ, ਉਹਦੀ ਵਾਈਫ ਹਿਮਾਨੀ ਸੇਤੀਆ, ਉਹਦੇ ਲੜਕੇ ਸਾਗਰ ਸੇਤੀਆ ਤੇ ਆਕਾਸ਼ ਸੇਤੀਆ, ਤੇ ਨਾਲ ਗੁਰਸ਼ਰਨ ਬਤਰਾ ਤੇ ਸੁਮੇਸ਼ ਚਾਵਲਾ, ਇਹਨਾਂ ਸਾਰਿਆਂ ਨੇ 2014 ਚ ਜਦੋਂ ਸੇਲ ਕੀਤੀ ਹੈ ਕੰਪਨੀ, ਉਸ ਦਿਨ ਤੋਂ ਲੈ ਕੇ ਇਹਨਾਂ ਨੇ ਕੌਨਸਪੀਰੇਸੀ ਖੇਡੀ ਹੈ। ਅਕਾਊਂਟ ਜਿਹੜੇ ਨੇ ਅਕਾਊਂਟ HDFC ਦੇ ਵਿੱਚ ਖੁਲਵਾਇਆ ਤੇ ਉਹਦੇ ਵਿੱਚ ਮੇਰੇ ਫਾਦਰ ਦਾ ਨਾਮ ਨਹੀਂ ਪਾਇਆ, ਪੈਸੇ ਰਿਸੀਵ ਕੀਤੇ ਬੈਂਕ ਦੀ ਮਿਲੀ ਭੁਗਤ ਦੇ ਨਾਲ। ਬੈਂਕ ਦੇ ਟੌਪ ਅਫੀਸ਼ੀਅਲ ਜਿਹੜੇ ਬੰਦੇ ਨੇ, ਮੈਂ ਤਾਂ ਉਹੀ ਕਹਾਂਗਾ ਜਿਹੜੇ ਹਾਇਰ ਰੈਂਕ ਤੇ ਬੈਠੇ ਨੇ, ਉਹਨਾਂ ਦੀ ਮਦਦ ਤੋਂ ਬਗੈਰ ਇਹ ਕੰਮ ਨਹੀਂ ਹੋ ਸਕਦਾ। ਔਰ ਕਰਵਾਇਆ ਇਹਨਾਂ ਬੰਦਿਆਂ ਨੇ, ਗੁਰਸ਼ਰਨ ਬਤਰਾ, ਸੁਮੇਸ਼ ਚਾਵਲਾ, ਸੇਤੀਆ ਤੇ ਉਹਦੀ ਫੈਮਿਲੀ ਜਿਹੜੀ ਹੈ। ਸਿੰਘ ਸਾਹਿਬ ਤੁਸੀਂ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ, 5-6 ਬੰਦਿਆਂ ਨੂੰ ਤੁਸੀਂ ਪਾਰਟੀ ਬਣਾਇਆ, DGP ਨੂੰ ਲੈਟਰ। ਹਾਂਜੀ ਤੁਸੀਂ ਫਿਰ ਬੈਂਕ ਨੂੰ ਕਿਉਂ ਨਹੀਂ ਪਾਰਟੀ ਬਣਾਇਆ? ਬੈਂਕ ਦੇ ਜਿਹੜੇ ਆਪਣੇ ਹਾਈ ਲੈਵਲ ਦੀ ਅਥਾਰਟੀ ਦੀ ਗੱਲ ਕਰੋ, ਉਹਨਾਂ ਨੂੰ ਕਿਉਂ ਨਹੀਂ ਤੁਸੀਂ ਪਾਰਟੀ ਬਣਾਇਆ? ਸਰ ਅਸੀਂ ਕੋਰਟ ਦੇ ਵਿੱਚ ਪਾਰਟੀ ਬਣਾਇਆ ਹੋਇਆ ਉਹਨਾਂ ਨੂੰ। ਦੂਸਰੀ ਗੱਲ ਹੈ ਕਿ ਜਿਹੜੀ ਜਦੋਂ ਇੱਥੇ ਕੰਪਲੇਂਟ ਦਿੱਤੀ ਹੈ, ਕੰਪਲੇਂਟ ਦੇ ਵਿੱਚ ਪੁਲਿਸ ਨੇ ਆਪਣੀ ਵੈਰੀਫਿਕੇਸ਼ਨ ਕਰਨੀ ਸੀਗੀ ਬੈਂਕ ਦੀ, ਜੋ ਜਿੰਨਾ ਕੁ ਮੈਨੂੰ ਦੱਸਿਆ ਗਿਆ SP ਸਾਹਿਬ ਵੱਲੋਂ ਜਾਂ ਉਹਨਾਂ ਦੇ ਸਟਾਫ ਵੱਲੋਂ ਜੋ ਦੱਸਿਆ ਗਿਆ ਕਿ ਅਸੀਂ ਪਹਿਲਾਂ ਉਹਨਾਂ ਤੋਂ ਇੱਕ ਵਾਰੀ ਸਾਰਾ ਰਿਕਾਰਡ ਲੈਣਾ, ਉਸ ਤੋਂ ਬਾਅਦ ਆਪਾਂ ਜੋ ਲੀਗਲ ਜਿਹੜੀ ਹੈ ਡਿਸਕਸ਼ਨ ਕਰਕੇ ਜੋ ਐਡਵਾਈਸ ਜਿੱਥੋਂ ਵੀ ਕੋਈ ਲੈਣੀ ਹੋਏਗੀ ਉਹਨਾਂ ਤੋਂ, ਉਹ ਲੈ ਕੇ ਜੋ ਵੀ ਹੈਗਾ ਉਹ ਸਾਰਾ, ਜੇ ਬੈਂਕ ਨੂੰ ਪਾਰਟੀ ਬਣਾਉਣਾ ਪਿਆ ਤਾਂ ਬੈਂਕ ਨੂੰ ਪਾਰਟੀ ਬਣਾਵਾਂਗੇ। बैंक आया सी SP ਬਾਕੀ ਬਾਕੀ ਇੱਕ ਜਿਹੜਾ ਤੁਹਾਨੂੰ ਮੈਂ ਦੱਸਦਾ ਪੁਆਇੰਟ ਰਹਿ ਗਿਆ ਦੱਸਣ ਨੂੰ, ਕਿ ਬੈਂਕ ਨੂੰ ਜਦੋਂ ਪੁਲਿਸ ਨੇ ਬੁਲਾਇਆ, ਬੈਂਕ ਬਕਾਇਦਾ ਆਪਣਾ ਸਾਰਾ ਸਟੇਟਮੈਂਟ ਲੈ ਕੇ ਆਇਆ। ਸਟੇਟਮੈਂਟ ਦੇ ਵਿੱਚ ਵੀ ਉਹਨਾਂ ਨੇ ਆਹੀ ਕੁਝ ਦੱਸਿਆ ਜੋ ਪਹਿਲਾਂ ਸਟੇਟਮੈਂਟ ਦੇ ਕੇ ਗਿਆ ਬੈਂਕ ਦਾ ਬੰਦਾ ਜਿਹੜਾ, ਉਹੀ ਸਟੇਟਮੈਂਟ ਉਹ ਫੇਰ ਦੇ ਕੇ ਗਿਆ ਕਿ ਆਹੀ ਨਾਮ ਦੇ ਜਿਹੜੇ ਚੈੱਕ ਨੇ ਇਸ ਅਕਾਊਂਟ ਨੰਬਰ 'ਚ ਕੈਸ਼ ਹੋਏ ਆ, ਲੇਕਿਨ ਹਰਦਿਆਲ ਸਿੰਘ ਮਾਨ ਦਾ ਇਹਦੇ ਵਿੱਚ ਕੋਈ ਨਾਮ ਨਹੀਂ ਆ, ਕੋਈ ਰੋਲ ਨਹੀਂ ਸੀਗਾ, ਕੋਈ ਜੁਆਇੰਟ ਅਕਾਊਂਟ ਨਹੀਂ ਸੀ। ਕੋਈ ਜੁਆਇੰਟ ਅਕਾਊਂਟ ਨਹੀਂ ਸੀ। ਜੁਆਇੰਟ ਅਕਾਊਂਟ ਦਾ ਜਿਹੜਾ ਹੈ ਤੁਹਾਨੂੰ ਮੈਂ ਫਾਰਮ ਵੀ ਦਿਖਾ ਦਿੰਦਾ, ਜੋ ਇੱਕ ਵਾਰੀ ਜਦੋਂ ਸੀਲ ਹੋ ਜਾਂਦਾ ਉਹ ਬਿਨਾਂ ਕਿਸੇ ਲੀਗਲ ਜਿਹੜਾ ਹੈਗਾ ਉਹਦੇ ਨਹੀਂ ਸਕਦਾ ਉਹਨੂੰ। ਠੀਕ ਹੈ, ਤਾਂ ਹੁਣ ਆਪਣੀ ਗੱਲ ਮਤਲਬ ਕਿੱਥੇ ਤੱਕ ਪਹੁੰਚੀ ਹੈ? ਕਿਉਂਕਿ ਪੁਲਿਸ ਨੂੰ ਆਪਣਾ ਉਹ ਬਿਆਨ ਦੇ ਚੁੱਕੇ ਨੇ, ਬੈਂਕ ਦੇ ਜਿਹੜੇ ਅਧਿਕਾਰੀ ਨੇ ਉਹ ਆ ਕੇ ਆਪਣੀ ਰਿਪੋਰਟ ਸਬਮਿਟ ਕਰਤੀ ਹੈ। ਹੁਣ ਪੁਲਿਸ ਨੇ ਕੀ ਰੋਲ ਪਲੇ ਕੀਤਾ ਜਾਂ ਪੁਲਿਸ ਦਾ ਕੀ ਲੱਗ ਰਿਹਾ ਹੈ? ਪੁਲਿਸ ਦਾ ਤਾਂ SP ਸਾਹਿਬ ਨਾਲ ਮੇਰੀ ਜਦੋਂ ਗੱਲ ਹੋਈ ਹੈ, ਮੈਂ ਸਾਰਾ ਉਹਨਾਂ ਨੂੰ ਕੇਸ ਦੱਸਿਆ। SP ਸਾਹਿਬ ਨੇ ਬੜੇ ਇੰਟਰਸਟ ਨਾਲ ਕੇਸ ਨੂੰ ਸੁਣਿਆ, ਸਮਝਿਆ, ਔਰ ਮੈਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਮੈਂ ਤੇਰੇ ਨਾਲ ਦਿਲੋਂ ਮੈਨੂੰ ਹਮਦਰਦੀ ਹੋ ਰਹੀ ਹੈ ਜਿੱਦਾਂ ਤੇਰੇ ਨਾਲ ਹੋਇਆ, ਲੇਕਿਨ ਅਸੀਂ ਕਾਨੂੰਨ ਤੋਂ ਬਾਹਰ ਹੋ ਕੇ ਕੋਈ ਕੰਮ ਨਹੀਂ ਕਰ ਸਕਦੇ। ਸਾਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਵੀ ਸਾਨੂੰ ਵੈਰੀਫਿਕੇਸ਼ਨ ਕਰਨੀ ਪਏਗੀ ਆਪਾਂ ਉਹ ਕਰਕੇ, ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਏਗੀ ਉਹ ਕਰਾਂਗੇ। ਉਹਦੇ ਵਿੱਚ ਮੇਰੇ ਸਟੇਟਮੈਂਟ ਵੀ ਲੈ ਲਈ ਉਹਨਾਂ ਨੇ, ਜਿਹੜੀ ਪਾਰਟੀਆਂ ਹੈ ਪਾਰਟੀਆਂ ਨੂੰ ਬੁਲਾਇਆ ਵੀ ਹੈ ਆਪਣੇ ਆਫਿਸ ਦੇ ਵਿੱਚ, ਫੋਨ ਵੀ ਕੀਤੇ ਆ, ਲੇਕਿਨ ਉਹ ਬੰਦੇ ਅੱਜ ਤੱਕ ਪੁਲਿਸ ਕੋਲੇ ਪੇਸ਼ ਹੀ ਨਹੀਂ ਹੋਏ। ਪਰਵਾਨੇ ਵੀ ਕੱਟੇ ਉਹਨਾਂ ਨੂੰ, ਪਰਵਾਨੇ ਭੇਜੇ ਗਏ। ਤੇ ਗੁਰਸ਼ਰਨ ਬਤਰਾ ਤੇ ਸੁਮੇਸ਼ ਚਾਵਲਾ ਦਾ ਤਾਂ ਜਿਹੜੀ ਰਿਪੋਰਟ ਬਣ ਕੇ ਆਈ ਆ ਉਹ ਇਹ ਬਣ ਕੇ ਆਈ ਹੈ ਕਿ ਜੀ ਉਹ ਇੱਥੋਂ ਵੇਚ ਵੱਟ ਕੇ ਚਲੇ ਗਏ ਹੋਏ ਨੇ, ਉਸ ਅੱਗੇ ਕਿੱਥੇ ਰਹਿੰਦੇ ਸਾਨੂੰ ਨਹੀਂ ਪਤਾ। ਜਿਹੜਾ ਸੇਤੀਆ ਨੂੰ ਕੰਟੈਕਟ ਕੀਤਾ, ਉਹਦੀ ਵਾਈਫ ਨੂੰ ਕੀਤਾ ਫੋਨ ਤੇ, ਸਾਰਾ ਕੁਝ ਓਕੇ ਕਰਕੇ ਮੁੜ ਕੇ ਉੱਥੇ ਕੋਈ ਬੰਦਾ ਪੇਸ਼ ਨਹੀਂ ਹੋਇਆ ਜੀ। ਤੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਅਕਾਊਂਟ ਓਪਨਿੰਗ ਫਾਰਮ ਜਿਹੜਾ ਹੈਗਾ ਪੂਰੇ ਬੈਂਕ ਦਾ ਜੋ ਕੋਰਟ ਦੇ ਥਰੂ ਅਸੀਂ ਲਿਆ ਸੀਗਾ, ਉਹ ਇਹੀ ਹੈ। ਇਹਦੇ ਵਿੱਚ ਵੀ ਆ 2 ਜਣਿਆਂ ਦਾ ਨਾਮ ਵਿੱਚ ਮੈਂਸ਼ਨ ਹੋਇਆ। ਫਾਦਰ ਸਾਹਿਬ ਦੇ ਤੁਹਾਡੇ ਕਿਤੇ ਵੀ ਨਾਮ? ਮੇਰੇ ਫਾਦਰ ਸਾਹਿਬ ਦਾ ਹੈ ਨਹੀਂ ਇਹਦੇ ਵਿੱਚ। ਕਿਉਂਕਿ ਸਟਾਰਟਿੰਗ ਤੋਂ ਠੱਗੀ ਚੱਲ ਰਹੀ ਸੀ, ਪਲਾਨਡ ਸੀਗਾ ਪਹਿਲੇ ਦਿਨ ਤੋਂ ਹੀ ਠੱਗੀ ਵਾਲਾ ਕੰਮ ਇਹਨਾਂ ਨੇ ਕੀਤਾ। ਤੇ ਜਿਹੜੀ ਹੁਣ ਪੁਲਿਸ ਕੰਪਲੇਂਟ ਹੈ ਜੀ, ਪੁਲਿਸ ਕੰਪਲੇਂਟ ਦਾ ਤਾਂ ਇੱਕ ਤਰ੍ਹਾਂ ਮਤਲਬ ਜਿਹੜੇ ਹੈ ਪੋਲੀਟੀਸ਼ੀਅਨਸ ਕਹਿ ਲਓ ਜਾਂ ਕੋਈ ਪੁਲਿਸ ਦੇ ਟੌਪ ਅਫੀਸ਼ੀਅਲਸ ਕਹਿ ਲਓ, ਉਹ SP ਸਾਹਿਬ ਨੂੰ ਕੰਮ ਕਰਨ ਨਹੀਂ ਦੇ ਰਹੇ ਜਿੱਥੋਂ ਤੱਕ ਮੈਨੂੰ ਲੱਗਦਾ, ਕਿਉਂਕਿ ਠੰਡੇ ਬਸਤੇ ਦੇ ਵਿੱਚ ਉਹਨਾਂ ਨੇ ਮਾਮਲਾ ਪਾਤਾ। ਲੇਕਿਨ ਮੈਂ ਚੁੱਪ ਰਹਿਣ ਵਾਲਾ ਨਹੀਂ ਹਾਂ, ਮੈਂ ਜਿੱਥੇ ਵੀ ਮੈਨੂੰ ਜਾਣਾ ਪਊਗਾ ਮੈਂ ਉੱਥੇ ਜਾਊਂਗਾ। ਆਪਣੇ ਜਿਹੜਾ ਮੇਰੇ ਫਾਦਰ ਜਿਹੜੇ ਹੈ, ਜੋ ਮੇਰੇ ਮਦਰ ਔਰ ਮੇਰੇ ਫਾਦਰ ਇਸ ਸਾਰੀ ਠੱਗੀ ਦੇ ਵਿੱਚ ਡਿਪਰੈਸ਼ਨ ਦੇ ਕਰਕੇ ਡੈਥ ਉਹਨਾਂ ਦੀ ਹੋ ਗਈ, ਮੈਂ ਉਹਨਾਂ ਨੂੰ ਇਨਸਾਫ ਜ਼ਰੂਰ ਦਵਾ ਕੇ ਹਟਾਂਗਾ। ਮੈਨੂੰ ਜਿੱਥੇ ਵੀ ਜਾਣਾ ਪਏਗਾ ਮੈਂ ਜਾਊਂਗਾ, ਚਾਹੇ CM ਹੋ ਗਿਆ, ਚਾਹੇ PM ਹੋ ਗਿਆ, ਹਾਈ ਕੋਰਟ, ਸੁਪਰੀਮ ਕੋਰਟ,
ਜਿੱਥੇ ਵੀ ਮੈਨੂੰ ਜਾਣਾ ਪਊਗਾ ਮੈਂ ਜਾਊਂਗਾ, ਜਿੱਥੇ ਧਰਨਾ ਲਾਣਾ ਪਊਗਾ ਮੈਨੂੰ ਮੈਂ ਲਾਊਂਗਾ। ਮੈਂ ਚੁੱਪ ਨਹੀਂ ਬੈਠਾ। इन्वेस्टिगेशन करें क्या उनका नाम आप बता सकते हो? ਐਸਪੀ ਨਵਰੀਤ ਵਿਰਕ ਨੇ ਜੀ, ਐਸਪੀ ਰੂਰਲ ਨਵਰੀਤ ਸਿੰਘ ਵਿਰਕ, ਉਹਨਾਂ ਕੋਲ ਇਨਵੈਸਟੀਗੇਸ਼ਨ ਹੈ ਜੀ। ਸਰ ਕਿੰਨੀ ਕੁ ਅਮਾਉਂਟ ਹੈ ਆਪਣੀ ਜਿਹੜੀ ਉਸ ਚ ਨਿਕਲਦੀ ਹੈ ਜਿਹੜੀ ਅੰਦਾਜ਼ਾ? ਸਰ 6 ਕਰੋੜ 63 ਲੱਖ ਜਿਹੜੀ ਹੈ ਇਹ ਅਮਾਉਂਟ ਹੈਗੀ ਹੈ ਜੀ, ਜਿਹੜੀ ਬੈਂਕ ਦੀ ਠੱਗੀ ਹੋਈ ਹੈ। ਐਕਚੁਅਲ ਦੇ ਵਿੱਚ ਅਮਾਉਂਟ ਸਾਡੀ 35-40 ਕਰੋੜ ਬਣਦੀ ਹੈ, ਜੋ ਪ੍ਰੋਜੈਕਟ ਦਾ ਥਰਡ ਸ਼ੇਅਰ ਸੀਗਾ ਸਟਾਰਟ ਕੀਤਾ ਸੀ? ਹਾਂਜੀ, ਐਕਚੁਅਲ 'ਚ ਜਿਹੜੀ ਹੈ 150 ਕਰੋੜ ਤੋਂ ਉੱਪਰ ਹੀ ਸੀਗੀ ਜੋ ਲੈਂਡ ਕਾਸਟ ਸੀ ਉਸ ਟਾਈਮ ਤੇ। ਸਾਰਾ ਕੁਝ ਕਰਾ ਕੇ ਲਾਇਬਿਲਟੀਜ਼ ਕੱਢ ਕੇ ਲੀਗਲ ਜੋ ਵੀ ਹੈਗਾ। ਜਦੋਂ ਕੰਪਨੀ ਸਟਾਰਟ ਕੀਤੀ ਕੁਝ ਪੇ ਵੀ ਕੀਤਾ ਤੁਸੀਂ ਉਹਨਾਂ ਨੂੰ? ਕਿਸ ਚੀਜ਼ ਨੂੰ? ਕੋਈ ਰੈਵਨਿਊ ਦਿੱਤਾ ਐਜ਼ ਅ ਡਾਇਰੈਕਟਰ ਜਦੋਂ ਇਨਵੋਲਵ ਹੋਏ? ਨਹੀਂ, ਇੱਦਾਂ ਦਾ ਕੁਝ ਨਹੀਂ ਹੈ ਜੀ। ਜਦੋਂ ਸਟਾਰਟ ਕੀਤੀ ਸੀ ਕੰਪਨੀ? ਨਹੀਂ, ਉਹ ਮੈਨੂੰ ਉਹਦਾ ਕੋਈ ਧਿਆਨ 'ਚ ਨਹੀਂ ਆ ਉਸ ਟਾਈਮ। ਮੈਂ ਕੋਈ ਇੱਦਾਂ ਉਹ ਨਹੀਂ ਸੀ। ਮੈਂ ਤਾਂ ਫਾਦਰ ਦੀ ਡੈਥ ਤੋਂ ਬਾਅਦ ਹੀ ਜ਼ਿਆਦਾ ਜਿਹੜਾ ਹੈਗਾ ਐਕਟਿਵ ਹੋਇਆ। ਤੇ ਜੋ ਡਾਕੂਮੈਂਟੇਸ਼ਨ ਹੈਗੀ ਆ। ਕਿੰਨਾ ਟਾਈਮ ਹੋ ਗਿਆ ਤੁਸੀਂ ਮਤਲਬ ਕੇਸ ਨੂੰ ਲੜਾਈ ਲੜ ਰਹੇ ਹੋ ਫਾਦਰ ਸਾਹਿਬ? ਸਰ ਲੜਾਈ ਤਾਂ 2015 ਤੋਂ ਚੱਲ ਰਹੀ ਹੈ। ਬੈਂਕ ਕੋਲੇ ਅਸੀਂ ਬਾਰ-ਬਾਰ ਜਾ ਕੇ ਰਿਕੁਐਸਟਾਂ ਕਰ ਰਹੇ ਹਾਂ, ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਸਾਡੀ ਜੋ ਮਦਦ ਹੁੰਦੀ ਆ ਉਹ ਕਰੋ, ਲੇਕਿਨ ਬੈਂਕ ਹਮੇਸ਼ਾ ਸਾਨੂੰ ਮਿਸਗਾਈਡ ਹੀ ਕਰਦਾ ਰਿਹਾ। ਪਹਿਲੇ ਦਿਨ ਤੋਂ ਹੀ ਮਿਸਗਾਈਡ ਕੀਤਾ। ਕਦੇ ਕਹਿੰਦੇ ਤੁਹਾਡਾ ਜੀ ਅਕਾਊਂਟ ਦੇ ਵਿੱਚ ਨਾਮ ਸੀਗਾ, KYC ਹੋਣੀ ਰਹਿ ਗਈ ਸੀ, ਉਹ ਬਾਅਦ ਦੇ ਵਿੱਚ ਹੋ ਗਈ, ਜੋ ਕਿ ਮਤਲਬ ਕੋਈ ਕਾਗਜ਼ ਦੇ ਉੱਤੇ ਕੋਈ ਗੱਲ ਨਹੀਂ ਹੈ ਉਹਨਾਂ ਦੀ। ਐਕਚੁਅਲ ਦੇ ਵਿੱਚ ਸਿਰਫ ਜ਼ਬਾਨੀ ਗੱਲਾਂ ਸਾਡੇ ਨਾਲ ਕਰਦੇ ਸੀ। ਫਿਰ ਇੱਕ ਮਤਲਬ ਬੜਾ ਕੁਝ ਉਹਨਾਂ ਨੇ ਸਾਨੂੰ ਗਲਤ ਦੱਸਿਆ, ਮਤਲਬ ਕਿਸੇ ਪਾਸੇ ਸਿੱਧਾ ਪਾਇਆ ਹੀ ਨਹੀਂ। ਜਦੋਂ ਕੋਰਟ ਦੇ ਵਿੱਚ ਅਸੀਂ ਕੇਸ ਪਾਇਆ ਉਦੋਂ ਇਹ ਸਟੇਟਮੈਂਟ ਲੈ ਕੇ ਆਏ। 2019 ਦੇ ਵਿੱਚ ਜਦੋਂ ਕੇਸ ਪਾਇਆ, ਬੈਂਕ ਨੂੰ ਜਦੋਂ ਸਮਨਿੰਗ ਹੋਈ ਹੈ ਉਸ ਤੋਂ ਬਾਅਦ ਇਹ ਲੈ ਕੇ ਆਏ ਨੇ। ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ ਕਿ ਹਾਂ ਇਹ ਸਿਰਫ 2 ਜਣਿਆਂ ਦਾ ਹੀ ਅਕਾਊਂਟ ਹੈ। ਤੀਜੇ ਬੰਦੇ ਦੇ ਚੈੱਕ 3 ਜਿਹੜੇ ਚੈੱਕ ਹੈ ਉਹ ਜ਼ਰੂਰ ਇਹਦੇ ਵਿੱਚ ਕੈਸ਼ ਹੋਏ ਨੇ, ਲੇਕਿਨ ਉਹ ਕਿਵੇਂ ਕੈਸ਼ ਹੋਏ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ। 2015 में तो बैंक ਨਾਲ ਫਾਦਰ ਸਾਹਿਬ ਸੀ? ਹਾਂਜੀ, ਮੇਰੇ ਫਾਦਰ ਸਾਹਿਬ ਸੀਗੇ। ਮੇਰੇ ਫਾਦਰ ਸਾਹਿਬ ਦੀ ਡੈਥ 11 ਜੁਲਾਈ 2022 ਨੂੰ ਹੋਈ ਹੈ, ਲਾਸਟ ਈਅਰ। ਮਤਲਬ 20 ਤੱਕ 22 ਤੱਕ ਉਹ ਕੇਸ ਲੜਦੇ ਰਹੇ ਨੇ? ਹਾਂਜੀ ਲੜਦੇ ਰਹੇ ਆ ਜੀ ਉਹ। ਕੇਸ ਦੀ ਸ਼ੁਰੂਆਤ ਉਹਨਾਂ ਵੱਲੋਂ ਹੀ ਹੋਈ ਸੀ? ਹਾਂਜੀ, ਉਹਨਾਂ ਵੱਲੋਂ ਕੇਸ ਦੀ ਸ਼ੁਰੂਆਤ ਹੋਈ ਹੈ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਸਰ? ਸਰ ਮੈਂ ਤਾਂ ਇਹੀ ਚਾਹੁੰਦਾ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਜੀ ਤੇ ਮੈਨੂੰ ਇਨਸਾਫ ਮਿਲੇ। ਮੈਂ ਇਹੀ ਮੰਗ ਕਰਦਾ, ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਇਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇ, ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ, ਚਾਹੇ ਬੈਂਕ ਹੈ ਚਾਹੇ ਬਾਕੀ ਪਾਰਟੀਆਂ ਨੇ। ਜਿਸ ਤਰ੍ਹਾਂ ਦੇਖिए ਜਿਸ ਤਰ੍ਹਾਂ ਸਿੰਘ ਸਾਹਿਬ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਭਗਵੰਤ ਮਾਨ ਮਤਲਬ ਬੜਾ ਟਰਾਂਸਪੇਰੈਂਸੀ ਗੱਲ ਕਰਦੇ ਨੇ, ਦਾਅਵੇ ਕਰਦੇ ਨੇ ਕਿ ਆਮ ਲੋਕਾਂ ਦੀ ਸਰਕਾਰ ਹੈ, ਸਭ ਨੂੰ ਜਸਟਿਸ ਮਿਲੇਗਾ। ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਵੀ ਨਵੀਂ ਸਰਕਾਰ ਆਈ ਹੈ ਉਹਦੇ ਤੁਹਾਡੀ ਸੁਣਵਾਈ ਹੋਏਗੀ? ਕਿਉਂਕਿ ਤੁਸੀਂ ਬਹੁਤ ਵੱਡੀ ਅਪਰੋਚ ਪੋਲੀਟੀਕਲ ਦੀ ਗੱਲ ਕਰ ਰਹੇ ਹੋ, ਕਿਸੇ ਬੰਦੇ ਦਾ ਹੱਥ ਹੈ, ਇਹਨਾਂ ਬੰਦਿਆਂ 'ਤੇ ਹੱਥ ਨਹੀਂ ਪੈ ਰਿਹਾ। ਪੁਲਿਸ ਹੱਥ ਖੜੇ ਕਰ ਚੁੱਕੀ ਹੈ, ਡਾਇਰੈਕਟਲੀ ਤਾਂ ਨਹੀਂ ਕਹਿ ਰਹੀ ਲੇਕਿਨ ਹੈਲਪਲੈਸ ਤਾਂ ਦਿਖ ਰਹੀ ਹੈ, ਉਹ ਤੁਹਾਨੂੰ ਦਿਖ ਰਿਹਾ। ਨਹੀਂ ਤਾਂ ਅਜੇ ਤੱਕ ਕੋਈ ਕਾਰਵਾਈ ਹੋਣੀ ਚਾਹੀਦੀ ਸੀ। ਕਾਗਜ਼ ਤੁਹਾਡੇ ਬੋਲਦੇ ਆ, ਡਾਕੂਮੈਂਟ ਬੋਲ ਰਹੇ ਨੇ, ਪਰ ਉਸ ਦੇ ਬਾਵਜੂਦ ਵੀ ਮਤਲਬ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਦੋਸ਼ੀਆਂ ਦੇ ਖਿਲਾਫ। ਸਰ ਮੈਂ ਇਹੀ ਕਹਿਣਾ ਚਾਹੂੰਗਾ, ਮੈਂ ਜ਼ਿਆਦਾ ਉਹਦੇ ਵਿੱਚ ਡੀਪ ਨਹੀਂ ਜਾਵਾਂਗਾ। ਮੈਂ ਤਾਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਮੈਨੂੰ ਜੇ CM ਭਗਵੰਤ ਮਾਨ ਜੀ ਕੋਲੇ ਜਾਣ ਦਾ ਮੌਕਾ ਮਿਲਿਆ ਜਾਂ ਮੈਨੂੰ ਜਾਣਾ ਪਿਆ ਤੇ ਮੈਂ ਉਹਨਾਂ ਕੋਲੇ ਜਾਣ ਤੋਂ ਹਿਚਕਚਾਊਂਗਾ ਨਹੀਂ। ਸਾਰਾ ਮੈਟਰ ਉਹਨਾਂ ਦੇ ਧਿਆਨ 'ਚ ਲਿਆਉਂਗਾ ਕਿ ਕਿਸ ਤਰੀਕੇ ਨਾਲ ਇਹਨਾਂ ਬੰਦਿਆਂ ਨੇ ਠੱਗੀ ਕੀਤੀ ਆ। ਉਸ ਤੋਂ ਬਾਅਦ ਜੇ ਮੈਨੂੰ ਇਨਸਾਫ ਜਿੱਦਾਂ ਜੇ ਉਹਨਾਂ ਦੇ ਥਰੂ ਮਿਲਣਾ ਹੋਊਗਾ ਤਾਂ ਉਹਨਾਂ ਦੇ ਥਰੂ ਮਿਲ ਜਾਏਗਾ ਜੀ। ਜਾਂ ਮੈਨੂੰ ਕੋਈ ਕਾਨੂੰਨੀ ਲੜਾਈ ਜ਼ਿਆਦਾ ਹੋਰ ਲੜਨੀ ਪਊਗੀ ਤਾਂ ਮੈਂ ਉਹਨਾਂ ਦੇ ਥਰੂ ਜਿੱਦਾਂ ਵੀ ਮੈਨੂੰ ਕੋਈ ਬਣੂਗਾ ਮੈਂ ਉਸ ਤਰੀਕੇ ਨਾਲ ਕਰਾਂਗਾ ਜੀ। ਲੇਕਿਨ ਮੈਂ ਚੁੱਪ ਨਹੀਂ ਬੈਠਣ ਵਾਲਾ ਜੀ। ਮੈਂ ਮੇਰੇ ਮਦਰ ਔਰ ਮੇਰੇ ਫਾਦਰ ਸਾਰੇ ਦੋਨੇ ਜਾਣੇ ਮੇਰੇ ਜਿਹੜੇ ਦੁਨੀਆ ਤੋਂ ਚਲੇ ਗਏ, ਸਾਡੇ ਤੋਂ ਦੂਰ ਹੋ ਗਏ। ਸਿਰਫ ਔਰ ਸਿਰਫ ਐਸ ਜਿਹੜੀ ਹਾਰਡ ਅਰਨਡ ਮੇਰੇ ਫਾਦਰ ਦੀ ਕਮਾਈ ਸੀ ਉਹ ਨਾ ਸਾਨੂੰ ਮਿਲਣ ਕਰਕੇ ਸਾਡਾ ਅਸੀਂ ਜਿਹੜੇ ਹਾਲਾਤਾਂ 'ਚੋਂ ਅਸੀਂ ਨਿਕਲੇ ਆ ਉਹ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ। ਬੜੇ ਅਸੀਂ ਤਕਲੀਫਾਂ 'ਚ ਗਏ ਆ, ਦੁੱਖ ਵੀ ਝੱਲੇ ਨੇ, ਲੇਕਿਨ ਹੁਣ ਅੱਜ ਦੇ ਟਾਈਮ ਮੈਂ ਹੁਣ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਵਾ ਕੇ ਹੀ ਹਟਾਂਗਾ, ਮੈਂ ਪਿੱਛੇ ਨਹੀਂ ਹਟਦਾ। ਤੇ ਕੱਲ ਨੂੰ ਕੋਈ ਥ੍ਰੈਟ ਵਗੈਰਾ ਆਉਂਦੀ ਹੈ ਕੀ ਮਤਲਬ? ਸਰ ਥ੍ਰੈਟ ਮੈਨੂੰ ਆਈ ਹੈ, ਇਨਡਾਇਰੈਕਟ ਵੇ ਨਾਲ ਥ੍ਰੈਟ ਇਹ ਆਈ ਹੈ ਕਿ ਵੀ ਤੂੰ ਇਹਨਾਂ ਨਾਲ ਪੰਗੇ ਨਾ ਲੈ, ਇਹ ਬੰਦੇ ਬੜੇ ਖਤਰਨਾਕ ਨੇ, ਤੂੰ ਚੁੱਪ ਕਰਕੇ ਬੈਠ ਜਾ, ਜਿੱਦਾਂ ਵੀ ਚੱਲਦਾ ਉਹਨੂੰ ਚੱਲੀ ਜਾਣ ਦੇ। ਮੈਨੂੰ ਸਿਰਫ ਥ੍ਰੈਟ ਆਈ, ਮੈਨੂੰ ਇਨਡਾਇਰੈਕਟ ਵੇ ਨਾਲ ਥ੍ਰੈਟ ਆਈ ਹੈ। ਮੈਂ ਇੱਕ ਥ੍ਰੈਟ ਇੱਕ ਵਾਰੀ ਮੈਨੂੰ ਹੋਈ ਹੈ ਇਹ ਗੱਲ। ਮੈਂ ਇਹ ਮੈਟਰ ਲੈ ਕੇ SP ਸਾਹਿਬ ਕੋਲੇ ਗਿਆ ਸੀ ਦੱਸਣ ਵਾਸਤੇ। ਨੈਕਸਟ ਡੇ SP ਸਾਹਿਬ ਮੈਨੂੰ ਮਿਲੇ ਨਹੀਂ ਸੀ। ਮੈਂ ਉਹਨਾਂ ਦੇ ਰੀਡਰ ਸਾਹਿਬ ਨੂੰ ਇਹ ਸਾਰੀ ਗੱਲ ਦੱਸੀ ਹੈ ਕਿ SP ਸਾਹਿਬ ਨੂੰ ਇਹ ਮੈਟਰ ਜਿਹੜਾ ਹੈ ਉਹਨਾਂ ਤੱਕ ਪਹੁੰਚਾਇਆ ਜਾਵੇ, ਤੇ ਉਹਨਾਂ ਨੇ ਮੈਨੂੰ ਮਿਲਣ ਵਾਸਤੇ ਕਿਹਾ। ਲੇਕਿਨ ਉਸ ਤੋਂ ਬਾਅਦ ਮੈਂ ਕਈ ਵਾਰੀ SP ਸਾਹਿਬ ਕੋਲੇ ਗਿਆ ਉੱਥੇ ਮਿਲਣ ਨੂੰ, ਲੇਕਿਨ ਸਾਡਾ ਮਿਲਣ ਦਾ ਸਬੱਬ ਨਹੀਂ ਬਣਿਆ ਉਹਨਾਂ ਨਾਲ। ਕਦੇ ਉਹ ਕਿਤੇ ਫੀਲਡ 'ਤੇ ਹੁੰਦੇ ਸੀਗੇ, ਜਿਸ ਟਾਈਮ ਮੈਂ ਜਾਂਦਾ ਸੀ ਉਸ ਟਾਈਮ ਆਫਿਸ ਦੇ ਵਿੱਚ ਨਹੀਂ ਹੁੰਦੇ ਸੀਗੇ। ਤੇ ਕਈ ਵਾਰੀ ਹੋਇਆ ਫਿਰ ਮੈਂ ਹਾਰ ਕੇ ਮੈਂ ਚੁੱਪ ਕਰਕੇ ਬੈਠ ਗਿਆ ਘਰੇ ਆਪਣਾ ਅੰਦਰ ਕਿ ਵੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਆ। ਇਹ ਤਾਂ ਮੈਨੂੰ ਜਿਹੜੇ ਹੈ ਸੁਜੈਸਟ ਕੀਤਾ ਮੇਰੇ ਫਰੈਂਡਸ ਨੇ
ਕਿ ਆਪਾਂ ਜੇ ਹੋਰ ਸਾਨੂੰ ਨਹੀਂ ਨਾ ਹੈਲਪ ਮਿਲਦੀ ਤਾਂ ਅਸੀਂ ਮੀਡੀਆ ਦੇ ਥਰੂ ਆਪਣੀ ਹੈਲਪ ਲੈਂਦੇ ਹਾਂ ਤੇ ਇੱਕ ਵਾਰੀ ਕੇਸ ਜਿਹੜਾ ਹੈ ਉਹ ਜਗ ਜ਼ਾਹਰ ਕਰੀਏ ਕਿ ਕਿੱਦਾਂ ਇਹ ਲੋਕਾਂ ਨੇ ਠੱਗੀ ਕੀਤੀ ਹੈ ਔਰ ਕਿੱਦਾਂ ਬੈਂਕ ਐਡਾ ਵੱਡਾ ਟਰਸਟਵਰਦੀ ਬੈਂਕ ਹੈ ਜਿਹੜਾ ਉਹ ਇਸ ਤਰੀਕੇ ਦੀ ਠੱਗੀ ਕਰ ਸਕਦਾ। ਇਹ ਲੋਕਾਂ ਤੱਕ ਜਾਣੀ ਚਾਹੀਦੀ alert ਹੋ ਜਾਣ ਹੈ, ਇਸ ਤਰ੍ਹਾਂ ਬਾਕੀ ਲੋਕ ਅਲਰਟ ਹੋਣ। ਉਹਨਾਂ ਗ੍ਰੀਨਸ ਹਲੇ ਵੀ ਚੱਲ ਰਿਹਾ ਪ੍ਰੋਜੈਕਟ ਪ੍ਰੈਜ਼ੈਂਟ ਇਸ ਵੇਲੇ? ਹਾਂਜੀ ਸਰ, ਚੱਲ ਰਿਹਾ ਜੀ। ਤੇ ਉਹ ਕੌਣ ਸੰਭਾਲ ਰਿਹਾ ਸੀ? ਸਰ ਉਹੀ ਸੰਭਾਲ ਰਹੇ ਨੇ ਜੀ, ਤੇਜਿੰਦਰਪਾਲ ਸੇਤੀਆ ਤੇ ਉਹਦੀ ਬਾਕੀ ਫੈਮਿਲੀ। ਦੋ ਤੇ ਤੁਸੀਂ ਕਹਿੰਦੇ ਕਿ ਹੈ ਹੀ ਨਹੀਂ। ਉਹ ਤਾਂ ਆਪਣਾ ਕਿਤੇ ਕੁਝ ਕਰ ਰਹੇ ਹੋਣਗੇ ਜੀ, ਪ੍ਰੋਜੈਕਟ ਉਹ ਵੀ ਕਰ ਰਹੇ ਆ, ਲੇਕਿਨ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਹੈ। ਪੈਸਾ ਇਹਨਾਂ ਨੇ ਇੱਥੋਂ ਕੱਢ ਕੇ ਇੱਧਰ ਉੱਧਰ ਇਨਵੈਸਟ ਕੀਤਾ, ਸਾਡਾ ਪੈਸਾ ਵੀ ਇਹਨਾਂ ਨੇ ਇਨਵੈਸਟ ਕੀਤਾ ਇੱਧਰ ਉੱਧਰ ਜਿਹੜਾ ਹੈ। ਸੋ ਮੈਂ ਉਸ ਪਾਸੇ ਮੈਂ ਨਹੀਂ ਜਾਵਾਂਗਾ, ਉਹ ਜੋ ਵੀ ਹੈ। ਲੇਕਿਨ ਮੈਂ ਤਾਂ ਇਹੀ ਤੁਹਾਡੇ ਰਿਕੁਐਸਟ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਔਰ ਦੋਸ਼ੀਆਂ ਨੂੰ ਬਣਦੀ ਸਜ਼ਾ ਦਵਾਈ ਜਾਵੇ, ਬਣਦੀ ਕਾਰਵਾਈ ਉਹਨਾਂ ਦੇ ਖਿਲਾਫ ਇੱਕ ਕੀਤੀ ਛੋਟੀ ਜਾਵੇ। ਜਿਹੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਅਪੀਲ ਕਰਨਾ ਚਾਹੋਗੇ, ਕਿਉਂਕਿ ਉਹ ਵੀ ਦੇਖਣਗੇ ਕਿਤੇ ਨਾ ਕਿਤੇ ਇਹ ਚੀਜ਼ ਉਹਨਾਂ ਕੋਲ ਤੱਕ ਪਹੁੰਚੇਗੀ। ਕੀ ਕਹਿਣਾ ਚਾਹੋਗੇ ਕਿ ਕਿਉਂਕਿ ਅੱਜ ਦੀ ਜਿਹੜੀ ਪੰਜਾਬ ਦੀ ਨੌਜਵਾਨੀ ਹੈ, ਜੇ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏਗਾ, ਇਸ ਤਰ੍ਹਾਂ ਦਾ ਕਾਰੋਬਾਰ ਹੋਏਗਾ ਤਾਂ ਕੌਣ ਪੰਜਾਬ 'ਚ ਰਹਿਣਾ ਚਾਹੇਗਾ? ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਸਰ ਮੈਂ ਤਾਂ ਜਿਹੜਾ ਇਸ ਕੇਸ ਦੇ ਰਿਗਾਰਡਿੰਗ ਇਹੀ ਕਹਿ ਸਕਦਾ ਕਿ ਜੇ ਭਗਵੰਤ ਮਾਨ ਸਾਹਿਬ ਕੋਲ ਜੇ ਮੇਰੀ ਅਪੀਲ ਜਾਂਦੀ ਹੈ ਤਾਂ ਕਿਰਪਾ ਕਰਕੇ ਮੇਰੀ ਉਹ ਇਸ ਕੇਸ ਦੇ ਵਿੱਚ ਮੇਰੀ ਮਦਦ ਕਰਨ ਔਰ ਜਿਸ ਤਰੀਕੇ ਨਾਲ ਵੀ ਮੇਰੀ ਮਦਦ ਹੋ ਸਕਦੀ ਹੈ ਉਹ ਕਰਨ, ਕਿਉਂਕਿ ਮੈਂ ਇਸ ਟਾਈਮ ਬਹੁਤ ਹੀ ਲਾਚਾਰ ਹੋਇਆ। ਲਾਚਾਰ ਜ਼ਰੂਰ ਹਾਂ, ਲੇਕਿਨ ਮੈਂ ਚੁੱਪ ਬੈਠਣ ਵਾਲਿਆਂ 'ਚੋਂ ਨਹੀਂ ਹੈਗਾ। ਮੈਂ ਇਹਨਾਂ ਦੇ ਖਿਲਾਫ ਜੋ ਕਾਰਵਾਈ ਹੈ ਉਹ ਕਰਵਾ ਕੇ ਹੀ ਹਟਾਂਗਾ। बस मैं नहीं कहना चाहूँगा। उपरोक्त मामले में जब सुरेश चावला और गुरशरण बत्रा से संपर्क करने के कई प्रयास किए गए, लेकिन उनसे संपर्क नहीं हो सका। वहीं संपर्क करने पर HDFC बैंक के कॉर्पोरेट कम्युनिकेशन के एक वरिष्ठ अधिकारी ने कहा कि बैंक खुद भी इस मामले की जांच कर रहा है कि हरदयाल सिंह के नाम का चेक किसी और के खाते में कैसे चला गया, और बैंक जांच के बाद आवश्यक कार्रवाई करेगा।